जय भीम जय भारत। 26 जनवरी ਦਾ ਦਿਹਾੜਾ ਜੋ ਹੈ ਸਾਰੀ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ। ਇਹ ਜੋ ਅੱਜ ਦਾ ਦਿਨ ਹੈ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੈ, ਕਿਉਂਕਿ ਇਸ ਦਿਨ ਇਹ ਜੋ ਬੋਝਣਾ ਦੀ ਆਜ਼ਾਦੀ ਦਾ ਦਿਨ ਹੈ, ਕਿਉਂਕਿ ਬਾਬਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਸੀ ਇਹ 26 ਜਨਵਰੀ ਨੂੰ ਲਾਗੂ ਹੋਇਆ ਸੀ ਤੇ ਪੂਰੇ ਦੇਸ਼ ਦੇ ਵਿੱਚ ਮਨੂਵਾਦੀ ਰਾਜ ਜਿਹੜਾ ਖਤਮ ਹੋਇਆ ਸੀ ਅਤੇ ਇੱਕ ਨਵਾਂ ਸੂਰਜ ਉਦੇ ਹੋਇਆ ਸੀ। ਅਸੀਂ ਤੋਂ ਅੱਜ ਇਹ ਜੋ ਪਿੰਡ ਰੰਧਾਵਾ ਮਸੰਦਾ ਵਿਖੇ ਡਾਕਟਰ BR ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਟਰਸਟ ਅਤੇ ਹੋਰ ਜਥੇਬੰਦੀਆਂ ਜ਼ਿਲ੍ਹੇ ਜਥੇਬੰਦੀਆਂ ਦੇ ਵਿੱਚ ਸਾਡੇ ਬਾਹਰੋਂ ਸਾਥੀ ਪਹੁੰਚੇ ਹੈ। ਸਾਡੇ ਰੰਧਾਵਾ ਮਸੰਦਾ ਤੋਂ ਸਰਪੰਚ ਸਾਹਿਬ ਅਤੇ ਗੋਰਾ ਮਾਹੀ ਜੀ ਟਰਸਟ ਦੇ ਪ੍ਰਧਾਨ, ਇਹਨਾਂ ਦੀ ਅਗਵਾਈ ਦੇ ਵਿੱਚ ਇਹ ਜੋ ਕਾਫਲਾ ਸਟਾਰਟ ਹੋਣ ਜਾ ਰਿਹਾ ਹੈ ਤੇ ਸਾਡੇ ਸਰਪੰਚ ਸਾਹਿਬ ਸਰਦਾਰ ਮਹਿੰਦਰਪਾਲ ਸਿੰਘ ਜੀ, ਸਾਡੇ ਮੁਸਲਿਮ ਭਾਈਚਾਰੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਸਾਥੀ ਪਹੁੰਚੇ ਆ। ਫਾਰੂਕ ਜੀ ਉਹਨਾਂ ਦੇ ਨਾਲ ਪੂਰੇ ਸਾਥੀ ਪਹੁੰਚੇ ਆ ਤੇ ਕੇਵਲ ਭੱਟੀ ਜੀ ਸਾਡੇ ਵਿਚਕਾਰ ਪਹੁੰਚੇ ਆ। ਐਂਟੀ ਕ੍ਰਾਈਮ ਬਲੰਦਪੁਰ ਤੋਂ ਮੈਂਬਰ ਉਹ ਵੀ ਪਹੁੰਚੇ ਸਾਡੇ ਵਿਚਕਾਰ, ਉਹਨਾਂ ਦਾ ਬਹੁਤ ਧੰਨਵਾਦ। ਤੇ ਮੰਗੀ ਜੀ ਸਾਡੇ ਅਤੇ ਬਬਲੂ ਜੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਰੰਧਾਵਾ ਮਸੰਦਾ ਦੀ ਕਮੇਟੀ ਤੋਂ ਚਾਹੁੰਦੇ ਆ ਕਿ ਅੱਜ ਜੋ ਪਰੇਡ ਦਿੱਲੀ ਦੇ ਵਿੱਚ ਸਾਡੇ ਕਿਸਾਨਾਂ ਵੱਲੋਂ ਕੱਢੀ ਜਾ ਰਹੀ ਹੈ, ਸਾਨੂੰ ਉਹਨਾਂ ਦਾ ਪੂਰਨ ਸਮਰਥਨ ਆ। ਅਸੀਂ ਚਾਹੁੰਦੇ ਹਾਂ ਕਿ ਜਿਹੜੇ 3 ਕਾਲੇ ਕਾਨੂੰਨ ਹੈ ਰੱਦ ਹੋਣ ਔਰ ਜਿਹੜੀ ਸਾਡੀ ਪੰਜਾਬ ਦੀ ਔਰ ਸਾਡੇ ਦੇਸ਼ ਦੀ ਕਿਸਾਨੀ ਆ ਬਚਾਈ ਜਾ। ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਦੇ ਹਾਂ। ਇਸ 26 ਜਨਵਰੀ ਦੇ ਉੱਤੇ ਇਸ ਉਹ ਡੈਡੀਕੇਸ਼ਨ ਉਹਨਾਂ ਨੂੰ ਵੀ ਰਹੇਗੀ ਜੋ ਕਿਸਾਨ ਮਜ਼ਦੂਰ ਏਕਤਾ ਹੈ, ਉਹਨਾਂ ਨੂੰ ਵੀ ਇਹ ਸਾਡੀ ਡੈਡੀਕੇਟਡ ਹੈ ਇਹ ਜੋ ਕਾਫਲਾ ਹੈ। ਔਰ ਮੈਂ ਸਾਰੇ ਜਥੇਬੰਦੀਆਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਪੈਸ਼ਲ ਰੰਧਾਵਾ ਮਸੰਦਾ ਦੇ ਵਿੱਚ ਇਹ ਜੋ ਕਾਫਲਾ ਇੱਕ ਜਾਗਰੂਕ ਕਰਦਾ ਹੋਇਆ ਨੁੱਕੜ ਮੀਟਿੰਗਾਂ ਦੇ ਤੌਰ ਤੇ ਨਿਕਲੇਗਾ ਔਰ ਪਿੰਡ ਦੇ ਵਿੱਚ ਆਪਣਾ ਜਿੱਥੇ ਹੋ ਸਕਦਾ ਹੈ ਸਾਰਿਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇਗਾ। तो मैं बेनती करदा कि सरपंच साहब ये फ्लैग दे के काफले नूं रवाना करनगे। जय भीम जय भारत। जय भीम जय भारत। किसान मजदूर एकता जिंदाबाद जिंदाबाद। किसान मजदूर एकता जिंदाबाद जिंदाबाद जिंदाबाद। बहुजन भाईचारा जिंदाबाद जिंदाबाद जिंदाबाद। बहुजन भाईचारा जिंदाबाद जिंदाबाद। किसान मजदूर एकता जिंदाबाद जिंदाबाद जिंदाबाद। किसान मजदूर एकता जिंदाबाद जिंदाबाद जिंदाबाद। जय भीम जय भारत। जय भीम जय भारत। जय भीम जय भारत। किसान मजदूर एकता जिंदाबाद जिंदाबाद जिंदाबाद। जय भीम जय भारत। अगला साथी शुरू लेके नाल बाबा साहब तेरी सोच ते करा देंगे ठोके। बाबा साहब तेरी सोच ते करा देंगे ठोके। जय भीम जय भारत। जय भीम जय भारत। किसान मजदूर एकता जिंदाबाद जिंदाबाद जिंदाबाद। किसान मजदूर एकता जिंदाबाद जिंदाबाद जिंदाबाद। बाबा साहब तेरी सोच ते करा देंगे ठोके। बाबा साहब तेरी सोच ते करा देंगे ठोके। जो हमसे टकराएगा दूर दूर हो जाएगा। जो हमसे टकराएगा दूर दूर हो जाएगा। जय भीम जय भारत। जय भीम जय भारत। जय भीम जय भारत। जो बोले ईसो निर्भय राज महाराज की जय। जो बोले ईसो निहाल सत श्री अकाल। जय भीम जय भारत। जय भीम जय भारत। बाबा साहब तेरी सोच ते करा देंगे ठोके। बाबा साहब तेरी सोच ते करा देंगे ठोके। जय रे दास महाराज की जय। बोले सो निर्भय दास महाराज की जय। जय भीम तख्त बदल दियो ताज बदल दियो। ਪਹਿਲਾਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਗੁਰਦੇਵ ਧੰਨ ਗੁਰਦੇਵ। ਅੱਜ ਦਾ ਜੋ ਸ਼ੁਭ ਦਿਹਾੜਾ ਹੈ, ਸਭ ਤੋਂ ਪਹਿਲਾਂ ਸਾਰਿਆਂ ਨੂੰ ਉਹਦੀ ਲੱਖ ਲੱਖ ਵਧਾਈ ਕਿ ਸੰਵਿਧਾਨ ਦਿਵਸ ਦੇ ਰੂਪ ਵਿੱਚ ਅੱਜ ਦਾ ਜਿਹੜਾ ਦਿਹਾੜਾ ਹੈ ਮਨਾਇਆ ਜਾ ਰਿਹਾ ਔਰ ਸੰਵਿਧਾਨ ਨੂੰ ਸਮਰਪਿਤ ਹੀ ਸੰਵਿਧਾਨ ਬਚਾਓ ਦੇ ਕਰਕੇ ਅੱਜ ਦਾ ਜਿਹੜਾ ਇਹ ਰੋਸ ਮਾਰਚ ਹੈ ਕੱਢਿਆ ਜਾ ਰਿਹਾ ਸਰਕਾਰ ਦੇ ਬਰਖਲਾਫ। ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਆਪਣੇ ਬੱਚਿਆਂ ਨੂੰ ਕੁਰਬਾਨ ਕਰਦੇ ਹੋਏ, ਆਪਣੇ ਪਰਿਵਾਰ ਨੂੰ ਕੁਰਬਾਨ ਕਰਦੇ ਹੋਏ ਸਾਡੇ ਵਾਸਤੇ ਆਪਣੀ ਕੁਰਬਾਨੀ ਦਿੱਤੀ ਔਰ ਅੱਜ ਜਿਹੜਾ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਸੰਵਿਧਾਨ ਦਿਵਸ ਮਨਾ ਸਕੀਏ।
ਔਰ ਸਾਡੀ ਆਜ਼ਾਦੀ 1947 ਵਿੱਚ ਨਹੀਂ ਹੋਈ ਸੀ, 1950 ਵਿੱਚ ਹੋਈ ਸੀ, ਜਦੋਂ ਕਿ ਸੰਵਿਧਾਨ ਲਾਗੂ ਕੀਤਾ ਗਿਆ ਸੀ। ਕਿਉਂਕਿ ਜਦੋਂ ਸੰਵਿਧਾਨ ਲਾਗੂ ਹੋਇਆ ਤੇ ਤਾਂ ਹੀ ਸਾਡੇ ਸਮਾਜ ਨੂੰ ਪਤਾ ਲੱਗਾ ਕਿ ਵਾਕਿਆ ਹੈ ਅੱਜ ਦੇ ਅਸੀਂ ਜਿਹੜਾ ਗੁਲਾਮੀ ਦੀ ਜੰਜੀਰਾਂ ਵਿੱਚੋਂ ਮੁਕਤ ਹੋਏ ਹਾਂ। ਅੱਜ ਦਾ ਦਿਨ ਜਿਹੜਾ ਹੈ ਉਹ ਸਾਡੇ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ। ਔਰ ਪਰ ਇਹ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਨੂੰ ਅੱਜ ਗਮੀਆਂ ਦੇ ਵਿੱਚ ਇਸ ਕਰਕੇ ਮਨਾ ਰਹੇ ਹਾਂ ਕਿ ਸਾਡੇ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਜਿੰਨੇ ਵੀ ਅੱਜ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਉਹਨਾਂ ਵਾਸਤੇ ਉਹਨਾਂ ਨੂੰ ਸਮਰਪਿਤ ਅੱਜ ਦਾ ਜਿਹੜਾ ਇਹ ਰੋਸ ਧਰਨਾ ਹੈ, ਰੋਸ ਰੈਲੀ ਹੈ, ਉਹ ਉਹਨਾਂ ਨੂੰ ਸਮਰਪਿਤ ਹੈ। ਕਿਉਂਕਿ ਉਹ ਜਿਹੜੇ ਕਾਫੀ 7-8 ਮਹੀਨਿਆਂ ਤੋਂ 3 ਮਹੀਨਿਆਂ ਤੋਂ ਲਗਭਗ ਉੱਥੇ ਹੋ ਗਿਆ ਟਾਈਮ ਔਰ 7-8 ਮਹੀਨਿਆਂ ਤੋਂ ਸੰਘਰਸ਼ ਚੱਲਦਾ ਆ ਰਿਹਾ। ਇਹ 8 ਮਹੀਨਿਆਂ ਤੋਂ ਇਸ ਸੰਘਰਸ਼ ਨੂੰ ਅੱਜ ਵੀ ਉਸ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਕਿ ਜਿਹੜੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਬੇਕਾਰ ਹੋ ਕੇ ਸੜਕਾਂ ਤੇ ਬੈਠੇ ਨੇ। ਇਹ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਲੈ ਜਾਣ। ਇਸ ਕਰਕੇ ਅੱਜ ਦਾ ਜਿਹੜਾ ਰੋਸ ਮਾਰਚ ਹੈ ਇਹ ਸੰਵਿਧਾਨ ਬਚਾਓ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮ ਅੰਬੇਦਕਰ ਦੇ ਦਿੱਤੇ ਹੋਏ ਜਿਹੜੀ ਕੁਰਬਾਨੀਆਂ ਉਹਨੂੰ ਵੀ ਅਸੀਂ ਯਾਦ ਕਰਦੇ ਹਾਂ ਕਿ ਬਾਬਾ ਸਾਹਿਬ ਨੇ ਅੱਜ ਦੇ ਦਿਨ ਸਾਡੇ ਵਾਸਤੇ ਜਿਹੜਾ ਆਜ਼ਾਦੀ ਦੇ ਦਿੱਤੀ, ਲੇਕਿਨ ਆਪਣੇ ਆਪ ਨੂੰ ਉਹਨਾਂ ਨੇ ਗੁਲਾਮੀ ਦੇ ਵਿੱਚ ਹੀ ਰੱਖਿਆ। ਜੈ ਭੀਮ, ਜੈ ਭਾਰਤ। ਪਹਿਰਾ ਦੇਾਂਗੇ ਠੋਕ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ, ਤਖਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ। ਜੋ ਹਮਸੇ टकराएगा दूर हो जाएगा, ਹਾਂਜੀ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ। ਜੋ ਬੋਲੇ ਸੋ ਨਿਰਭੈ, दास महाराज की जय। ਜੋ ਬੋਲੇ ਸੋ ਨਿਹਾਲ। सत श्री अकाल। ਜੈ ਭੀਮ, जय भारत, ਜੈ ਭੀਮ, जय भारत। ਤਖਤ ਬਦਲ ਦਿਓ, ਤਾਜ ਬਦਲ ਦਿਓ, बेईमानों का राज बदल दो, ਤਖਤ ਬਦਲ ਦਿਓ, ਤਾਜ ਬਦਲ ਦਿਓ। बेईमानों का राज जय भारत। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜੋ ਬੋਲੇ ਸੋ ਨਿਰਭੈ। ਗੁਰਦਾਸ ਮਹਾਰਾਜ ਕੀ ਜੈ। ਬੋਲੇ ਸੋ ਨਿਰਭੈ। ਅੱਜ ਦਾ ਦਿਨ ਜੋ ਪਤਾ ਹੀ ਹੈ ਸਾਰਿਆਂ ਨੂੰ ਕਿ ਰਿਪਬਲਿਕ ਡੇ ਜੋ ਸਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਾਬਾ ਸਾਹਿਬ ਜੀ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਜੋ ਸੰਵਿਧਾਨ ਸਾਨੂੰ ਦਿੱਤਾ, ਅੱਜ ਉਸ ਤੇ ਅਸੀਂ ਬੜੀ ਖੁਸ਼ੀ ਵੀ ਮਹਿਸੂਸ ਕਰਦੇ ਹਾਂ ਤੇ ਅੱਜ ਸਾਨੂੰ ਅਫਸੋਸ ਵੀ ਹੈ ਜੋ ਕਿਸਾਨ ਮਜ਼ਦੂਰ ਏਕਤਾ ਦੇ ਅਸੀਂ ਨਾਅਰੇ ਲਾਉਂਦੇ ਆ ਕਿ ਜਿੰਨੀ ਸਰਕਾਰ ਨੇ ਜਿਹੜੇ 3 ਕਾਨੂੰਨ ਲਾਗੂ ਕੀਤੇ ਆ ਅਜੇ ਵੀ ਉਹਨਾਂ ਨੇ ਵਾਪਸ ਨਹੀਂ ਕੀਤੇ। ਤਕਰੀਬਨ 2-2.5 ਮਹੀਨੇ ਹੋ ਗਏ ਆ ਕਿ ਕਿਸਾਨਾਂ ਨੂੰ ਸੜਕ ਦੇ ਉੱਤੇ ਉਹ ਮਾਘ ਦੀਆਂ ਰਾਤਾਂ ਦੇ ਵਿੱਚ ਕਿਸ ਤਰ੍ਹਾਂ ਸੌਂ ਰਹੇ ਹਨ, ਕਿਸ ਤਰ੍ਹਾਂ ਉਹ ਪਹਿਰਾ ਦੇ ਰਹੇ ਹਨ ਤੇ ਇਹ ਬੜੀ ਅਫਸੋਸ ਦੀ ਗੱਲ ਹੈ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਜੋ ਕਾਲੇ ਕਾਨੂੰਨ ਆ ਉਹ ਜਲਦੀ ਤੋਂ ਜਲਦੀ ਵਾਪਸ ਲਵੇ। ਇੰਨਾ ਹੀ ਕਹਿੰਦਾ ਹੋਇਆ ਮੈਂ ਨਾਰਾ ਲਾਉਂਦਾ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਫਾਰੂਕ ਭਾਜੀ ਉਹ ਵੀ ਆਪਣੇ ਵਿਚਾਰ ਦੇਣਗੇ। ਫਾਰੂਕ ਜੀ ਸਾਡੇ ਮੁਸਲਿਮ ਸਮਾਜ ਤੋਂ ਆਏ ਆ ਸਾਡੀ ਸਾਥੀ, ਇਹ ਵੀ ਆਪਣੇ ਵਿਚਾਰ ਦੇਣਗੇ। भाईचारे यहाँ आए हो जमा हो गए। सबसे पहले मैं सबसे इस बात की है कि लोग इकट्ठे होकर के हाँ और संविधान बचाओ। सबसे आज लोकतंत्र खतरे में घंटी भी बज रही है। आज लोकतंत्र खतरे में दिखाई दे रहे हैं और लोकतंत्र जिंदा है तो हम जिंदा हैं, क्योंकि ये मुल्क सेकुलर मुल्क है और सेकुलर बनाने में पूरे हिंदुस्तान के पूरे भारत की जनता ने कुर्बानियाँ दी इस संविधान को मजबूत बनाने के लिए। और यहाँ तक जो संविधान पहुँचा है
मैं दिल की गहराई से कहता हूँ कि डॉक्टर भीमराव अंबेडकर जी जिन्होंने जो कानून बनाया है वो कानून पूरी दुनिया में निराला और बेमिसाल है। मैं टंके की चोट पे बताता हूँ नौजवानों को कि हमारा जो कानून जो डॉक्टर भीमराव अंबेडकर ने जो लिख के दिया है अपने कलम से, यह कानून पूरी दुनिया में निराला और बेमिसाल है। जय भीम। जय भारत। लेकिन आज जिस तरह मुल्क के हालात है, मैं बड़े अफसोस से कहता हूँ कि जिस तरह से ये केंद्र सरकार ने जो 3 कानून लागू किया, और ये कानून मैं बताना चाहता हूँ कि आज हमारे किसान भाई 3-4 महीने से अपने ही मुल्क में रह करके अब सरकार से भीख मांग रहे हैं। और ये किसान, मैं कहता हूँ, ये किसान इस देश का आत्मा है, यही किसान इस देश का अर्थव्यवस्था है। ये किसान है तो हम हैं। ये किसान सिर्फ भारत को ही नहीं, पूरे वर्ल्ड को अनाज पहुंचाने का काम करता है। लेकिन आज हमारे गोंगी बहरी सरकार को मैसेज देना चाहता हूं कि गोंगी बहरी सरकार अब अपने मन की बात करते हैं, लेकिन हमारे किसान भाई की बात अब नहीं सुन रहे हैं। ये मैं जगाना चाहता हूं केंद्र सरकार को कि आप अपनी कान को खोलें, अपनी आंखों को खोलें और जनता की बात सुने, किसान भाई की बात सुने। ये कब सुनेंगे मेरे दोस्तों? कि जब संविधान पर हम बचाने काम करेंगे। संविधान में जरा से भी आंच आएगा, मैं केंद्र सरकार को ये खुल्ला कहता हूँ, केंद्र सरकार पर जरा, संविधान पे जरा से भी आंच आएगा, उस आंच को जरा से भी हिफाजत करने के लिए हम खून बहाने को तैयार हैं। जय भारत। डॉक्टर भीमराव अंबेडकर ने जो कानून दी है उसमें किसी के जात पात को नहीं देखा, सबको बराबर का हक दिया। और आज वही है कि इस मुल्क की जो सबसे बड़ी खूबसूरती है, इस मुल्क की जो सबसे बड़ी ताकत है, वो भीमराव अंबेडकर ने जो कानून दी है वो कानून की बना पर। इसलिए इस कानून को, संविधान को सामने रख करके केंद्र सरकार गरीबों की बात सुने, किसानों की बात सुने और ये कानून वापस लें। केंद्र सरकार से मैसेज देना चाहता हूँ, अपनी बात पहुँचाना चाहता हूँ कि आप जिस तरह से सोए हुए हैं, जग करके आप किसान भाई, बूढ़े बेचारे, आप 100 किसान मजदूर दुनिया चले गए, आज तक आपके कान तक आवाज़ नहीं गई, आज तक आप बोले नहीं हैं। इसलिए सरकार ये कानून को वापस लें, और जब तक ये वापस कानून नहीं होगा हमारा संघर्ष रोडों पे जारी रहेगा। किसान मजदूर एकता जिंदाबाद। भीमराव अंबेडकर ने अपनी जिंदगी का 2 साल 11 महीने 18 दिन संघर्ष करके ये संविधान ਜਿਹੜਾ ਲਿਖਿਆ ਸੀ, और ਉਹ ਸੰਵਿਧਾਨ ਨੂੰ सन 1950 ਦੇ ਵਿੱਚ ਲਾਗੂ ਕੀਤਾ ਗਿਆ ਸੀ। और ਅੱਜ जो है गरीब दत्ता और मजलूमां ਦਾ ਅੱਜ ਦੇ ਦਿਨ आज़ादी का ਦਿਹਾੜਾ है। और ਅੱਜ आज़ादी ਦੇ ਨਾਲ बड़े दुख की गल है कि साडे किसान मजदूर जो है वो तकरीबन 8 महीनों तो सड़कों के उपर ने, 3 महीने लगातार उन्होंने बीत चुके हैं दिल्ली के भी सड़कों के बच्चे हैं। लेकिन सरकार जो है अज भी वो कानून जोड़े 3 उन्होंने लागू किए है, किसान विरोधी, मजदूर विरोधी कानून ने, उन्होंने वापस लैन वास्ते अज भी तैयार नहीं हो रही। और सारे लोग जोड़े ने वो संघर्ष कर रहे हैं। और मैं धन्नवादी हाँ उन्होंने लोगों का कि जिन्होंने लोगों ने अपने परिवारों को छड्ड के साडे वास्ते वो दिल्ली जाके अपने घर छड्ड के बैठे हुए हैं, क्योंकि ये सिर्फ उन्होंने कल्ले का संघर्ष नहीं है, सारिਆਂ ਦਾ संघर्ष है। ये 85% लोगों का संघर्ष है कि जो कि 15% साहब श्री कांशी राम जी भी ये दसते होंगे कि जिन्ना चਿਰ ਤੁਸੀਂ ਇਹਨਾਂ 15% ਲੋਕਾਂ ਦੇ ਉੱਤੇ ਕੰਟਰੋਲ ਨਹੀਂ ਕਰ ਪਾਓਗੇ, ਉਹਨਾਂ ਤੇ ਤੁਹਾਡੀ ਜਿਹੜੀ ਇਹ ਧੌਣ ਤੇ ਗੋਡਾ ਇਹ ਰੱਖਦੇ ਰਹਿਣਗੇ। ਉਦਾਂ ਹੀ ਅੱਜ ਜਿਹੜਾ ईवीएम ਜਿਹੜੀ ਹੈ ਉਹਦੀ ਬਦੌਲਤ, ईवीएम ਦੀ ਬਦੌਲਤ ਅੱਜ ਇਹ ਸਰਕਾਰ ਜਿਹੜੀ ਹੈ ਬਣੀ ਹੈ। और ईवीएम से ਇਹੋ ਜਿਹਾ ਹਥਿਆਰ ਉਹਨਾਂ ਦੇ ਕਾਬੂ ਆ ਗਿਆ ਕਿ ਜਿਹੜੀ ਪਹਿਲਾਂ ਵੀ ਆਪਾਂ ਰੌਲੇ ਪਾਉਂਦੇ ਆ ਰਹੇ ਹਾਂ, ਕਾਫੀ ਦਿਨਾਂ ਤੋਂ ਇਹ ਰੋਜ਼ ਨਾਰੇ ਲਾਉਂਦੇ ਆ और रोस मार्च भी करते हैं कि ईवीएम जी है बंद की जाए। जिन्ना चिर ईवीएम बंद नहीं होएगी, क्योंकि बाबा साहब डॉक्टर भीमराव अंबेडकर ने जो सानू वोट का अधिकार लैके दिता सी, तो उन्होंने कहा है कि अज के बाद जिहड़ा माँ के पेट विचों राजा जमना मैं बंद कर दिता है, तो तुसीं अपनी मर्जी के नाल अपनी कंधां दे उत्ते लिख लो जाके कि अज तो बाद तुसीं जिहड़ा राजा है माँ के पेट चों नहीं जमन देना, तुसीं अपने हत्थां दे नाल तैयार करना है, आप राजे नूं पैदा करना है। वो हुण राजा जिहड़ा ईवीएम के पेट दे विचों पैदा होना शुरू हो गया। इस करके ईवीएम का सख्त विरोध करते हुए असीं ये विरोध करते हैं कि ईवीएम जिहड़ी सब तो पहलां जिहड़ी आ बंद की जाए। जदों कि ये ईवीएम जर्मन दे विच बनी सी ते जर्मन वाले ने इहनूं एक खुड्डे लाइन दे विच रख दिता कि ये ईवीएम सही नहीं है। लेकिन साडे सुप्रीम कोर्ट ने भी ये आर्डर दिता कि ईवीएम सही मशीन जिहड़ी आ सही नहीं है।
ਲੇਕਿਨ ਫਿਰ ਵੀ ਜਿਹੜੀ ਸਾਡੀ ਅੰਨੀ ਤੇ ਬੋਲੀ ਸਰਕਾਰ ਹੈ ਉਹ ਉਹਦੇ ਕੰਨ ਤੇ ਅੱਜ ਤੱਕ ਵੀ ਜੂੰ ਨਹੀਂ ਸਰਕ ਰਹੀ। ਤੇ ਇਸ ਕਰਕੇ ਅਸੀਂ ਸਾਰੇ ਆਪਣੇ ਵੱਲੋਂ ਇਹ ਅਪੀਲ ਕਰਦੇ ਆ ਕਿ ਜਿਹੜੀ ਇਹ ਗੂੰਗੀ ਔਰ ਬੋਲੀ ਸਰਕਾਰ ਆ, ਅੰਨੀ ਸਰਕਾਰ ਆ, ਉਹਦੇ ਕੰਨਾਂ ਤੇ ਜੂੰ ਸਰਕੇ, ਉਹਨਾਂ ਦੀ ਜਾਗ ਖੁੱਲੇ, ਇਹ ਈਵੀਐਮ ਨੂੰ ਵੀ ਬੰਦ ਕੀਤਾ ਜਾਏ ਤੇ ਜਿਹੜੇ 3 ਕਾਨੂੰਨ ਇਹਨਾਂ ਨੇ ਪਾਸ ਕੀਤੇ ਆ ਉਹ ਤਿੰਨਾਂ ਕਾਨੂੰਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆ ਔਰ ਸਖਤ ਨਿੰਦਾ ਕਰਦੇ ਆ ਆਪਣੇ ਵੱਲੋਂ। ਔਰ ਅੱਜ ਦਾ ਜਿਹੜਾ ਰੋਸ ਮਾਰਚ ਆ ਉਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਹੀ ਕੱਢਿਆ ਜਾ ਰਿਹਾ। ਇਹ ਸੰਧਾਵੇ ਪਿੰਡ ਦੇ ਵਿੱਚ ਉਸ ਕਾਨੂੰਨਾਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ, ਉਹਨਾਂ ਕਿਸਾਨਾਂ ਦੇ ਹੱਕ ਵਿੱਚ ਇਹ ਵਿਰੋਧ ਕੀਤਾ ਜਾ ਰਿਹਾ ਕਿ ਤਾਂ ਕਿ ਇਹ ਜਿਹੜਾ ਵਿਰੋਧ ਹੈ ਇਹ ਅਸੀਂ ਸਰਕਾਰ ਦੇ ਬਰਖਲਾਫ ਇਸ ਕਰਕੇ ਕਰ ਰਹੇ ਹਾਂ ਕਿ ਕਿਸਾਨ ਜਿਹੜਾ ਹੈ ਉਹ ਇਸ ਦੁਨੀਆ ਦਾ ਅੰਨਦਾਤਾ ਹੈ। ਇਸ ਕਰਕੇ ਅਸੀਂ ਉਹਨਾਂ ਨੂੰ, ਜੇਕਰ ਕਿਸਾਨ ਨਹੀਂ ਹੈ ਤੇ ਇਸ ਦੁਨੀਆ ਦੇ ਉੱਤੇ ਕੋਈ ਵੀ ਬੰਦਾ ਨਹੀਂ ਜੀਵਤ ਰਹਿ ਸਕਦਾ। ਇਸ ਕਰਕੇ ਅਸੀਂ ਕਿਸਾਨਾਂ ਦੇ ਹੱਕ ਵਿੱਚ, ਮਜ਼ਦੂਰਾਂ ਦੇ ਹੱਕ ਵਿੱਚ ਆ। ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਸ ਰੋਸ ਵਿੱਚ ਵੀ ਵੱਧ ਤੋਂ ਵੱਧ ਜਿਹੜਾ ਆਪਣਾ ਏਕਤਾ ਦਿਖਾਓ ਤੇ ਵੱਧ ਤੋਂ ਵੱਧ ਇਸ ਰੋਸ ਵਿੱਚ ਹਿੱਸਾ ਲਓ ਤਾਂ ਕਿ ਆਉਣ ਵਾਲਾ ਟਾਈਮ ਜਿਹੜਾ ਉਸੇ ਏਕਤਾ ਦਾ ਦਿਖਾਉਂਦੇ ਹੋਏ ਇਸ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਉੱਤੇ ਆਪਾਂ ਸਫਲਤਾ ਪ੍ਰਾਪਤ ਕਰ ਸਕੀਏ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਜਨ ਏਕਤਾ ਜਿੰਦਾਬਾਦ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਜਿਹੜਾ ਇਹ 26 ਜਨਵਰੀ ਦਾ ਬਹੁਜਨਾਂ ਦੀ ਜਿਹੜੀ ਆਜ਼ਾਦੀ ਸੀਗੀ ਸੰਵਿਧਾਨ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ, ਇਹ ਡਾਕਟਰ BR ਅੰਬੇਦਕਰ ਐਂਡ ਵੈਲਫੇਅਰ ਐਜੂਕੇਸ਼ਨ ਟਰਸਟ ਵੱਲੋਂ ਜਿਹੜਾ ਅੱਜ ਮਾਰਚ ਕੱਢਿਆ ਜਾ ਰਿਹਾ। ਇਹ ਜਿਹੜਾ ਸਾਰਾ ਜਿਹੜਾ ਮਾਰਚ ਆ ਇਹ ਸੰਵਿਧਾਨ ਨੂੰ ਜਿਹੜਾ ਸਮਰਪਿਤ ਆ, ਕਿਉਂਕਿ ਸੰਵਿਧਾਨ ਜੇ ਸੰਵਿਧਾਨ ਦੀ ਬਦੌਲਤ ਆਪਾਂ ਜਿਹੜਾ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਆ ਦਿੱਲੀ ਦੇ ਵਿੱਚ, ਇਹ ਸਿਰਫ ਬਾਬਾ ਸਾਹਿਬ ਦੇ ਸੰਵਿਧਾਨ ਕਰਕੇ ਹੀ ਉੱਥੇ ਅੰਦੋਲਨ ਚੱਲ ਰਿਹਾ, ਨਹੀਂ ਤਾਂ ਉਹ ਆਪਾਂ ਨੂੰ ਹੱਕ ਅਧਿਕਾਰ ਨਹੀਂ ਸੀਗੇ। ਇਹ ਸਾਰੇ ਅਧਿਕਾਰ ਜਿਹੜੇ ਆਪਾਂ ਨੂੰ ਬਾਬਾ ਸਾਹਿਬ ਅੰਬੇਦਕਰ ਨੇ ਲੈ ਕੇ ਦਿੱਤੇ ਵੀ ਆਪਾਂ ਕੋਈ ਵੀ ਪ੍ਰੋਟੈਸਟ ਕਰਨਾ ਹੋਵੇ ਇਹ ਸਾਰਾ ਸੰਵਿਧਾਨ ਦੇ ਵਿੱਚ ਦਿੱਤਾ ਕਿ ਤੁਸੀਂ ਸੰਵਿਧਾਨ ਵੀ ਸਾਰਾ ਪੜ੍ਹਿਆ ਕਰੋ। ਸੰਵਿਧਾਨ ਅਧਿਕਾਰ ਆ ਲੇਡੀ ਨੂੰ ਜਾਣੀ ਕਿ ਬੋਲਣ ਦਾ ਅਧਿਕਾਰ ਤੇ ਪੜ੍ਹਨ ਲਿਖਣ ਦਾ ਅਧਿਕਾਰ ਜਿਹੜਾ ਬਾਬਾ ਸਾਹਿਬ ਦੇ ਸੰਵਿਧਾਨ ਵਿੱਚ ਬਾਬਾ ਸਾਹਿਬ ਨੇ ਲੈ ਕੇ ਦਿੱਤਾ, ਠੀਕ ਹੈ ਕਿ ਨਹੀਂ। ਤੇ ਇਸ ਲਈ ਜਿਹੜਾ 26 ਜਨਵਰੀ ਦਾ ਸਾਰਿਆਂ ਨੂੰ ਸੰਵਿਧਾਨ ਦਿਵਸ ਦੀਆਂ ਮੇਰੇ ਵੱਲੋਂ ਅੰਬੇਦਕਰ ਟਾਈਗਰ ਫੋਰਸ ਵੱਲੋਂ ਬਹੁਤ ਬਹੁਤ ਵਧਾਈਆਂ। ਸਾਡੇ ਵਿਚਕਾਰ ਭਗਵਾਨ ਵਾਲਮੀਕੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਿਹੜੇ ਆ ਸੋਮਾ ਗਿੱਲ ਜੀ ਵੀ ਪਹੁੰਚੇ ਆ, ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਬਾਬਾ ਸਾਹਿਬ ਤੇਰੀ ਸੋਚ ਤੇ ਕਰਾ ਦਿਆਂਗੇ ਠੋਕ ਕੇ। ਬਾਬਾ ਸਾਹਿਬ ਤੇਰੀ ਸੋਚ ਤੇ ਕਰਾ ਦਿਆਂਗੇ ਠੋਕ ਕੇ। ਵਕਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨੋਂ ਦਾ ਰਾਜ ਬਦਲ ਦਿਓ। ਵਕਤ ਬਦਲ ਦਿਓ, ਤਾਜ ਬਦਲ ਦਿਓ, ਬੇਈਮਾਨੋਂ ਦਾ ਰਾਜ ਬਦਲ ਦਿਓ। ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ। जो हमसे टकराएगा हो जाएगा। किसान मजदूर एकता जिंदाबाद, जिंदाबाद, जिंदाबाद। किसान मजदूर एकता जिंदाबाद, जिंदाबाद जिंदाबाद। जो बोले ही सो निर्भय, दास महाराज की जय। जो बोले ही सो निर्भय, दास महाराज की जय। जो बोले सो निर्भय, भगवान वाल्मीकि महाराज की जय। जो बोले ही सो निहाल, सत श्री अकाल। जो बोले ही सो निहाल, सत श्री अकाल। जय भीम, जय भारत, जय भीम, जय भारत, जय भीम, जय भारत, जय भीम, जय भारत। बाबा साहब तेरी सोच ते करा देंगे ठोके, बाबा साहब तेरी सोच ते करा देंगे ठोके। किसान मजदूर एकता जिंदाबाद, जिंदाबाद, जिंदाबाद। किसान मजदूर एकता जिंदाबाद, जिंदाबाद, जिंदाबाद। किसान मजदूर एकता जिंदाबाद, जिंदाबाद, जिंदाबाद। बाबा साहब तेरी सोच ते करा दियांगे ठोक के। बाबा साहब तेरी सोच ते करा देंगे ठोके। जय भीम, जय भारत, जय भीम, जय भारत, जय भीम, जय भारत। ईवीएम हटाओ, देश बचाओ। ईवीएम हटाओ, देश बचाओ, ईवीएम हटाओ, देश बचाओ। किसान मजदूर एकता जिंदाबाद, जिंदाबाद, जिंदाबाद। वक्त बदल दो, ताज बदल दो, बेईमानों का राज बदल दो। वक्त बदल दो, ताज बदल दो, बेईमानों का राज बदल दो। ईवीएम हटाओ, देश बचाओ। ईवीएम हटाओ, देश बचाओ, देश बचाओ, देश बचाओ। ईवीएम हटाओ, देश बचाओ, देश बचाओ, देश बचाओ। वक्त बदल दो, ताज बदल दो, बेईमानों का राज बदल दो। वक्त बदल दो, ताज बदल दो, बेईमानों का राज बदल दो। जय भीम, जय भारत, जय भीम, जय भारत। जो बोले ही सो निहाल, सत श्री अकाल। सो निहाल, सत श्री अकाल। जय भीम, जय भारत, जय भीम, जय भारत। जो हमसे
टकराएगा चूर चूर हो जाएगा, जो हमसे टकराएगा चूर चूर हो जाएगा। वक्त बदल दो, ताज बदल दो, बेईमानों का राज बदल दो, बदल दो, ताज बदल दो। बेईमानों का राज बदल दो। जो बोले 100 रुपए। वाल्मीकि महाराज की जय। किसान मजदूर एकता जिंदाबाद जिंदाबाद, किसान मजदूर एकता जिंदाबाद जिंदाबाद। जो बोले 100 निहाल, जो बोले 100 निहाल, जो बोले 100 निहाल। तख्त मजदूर एकता जिंदाबाद। जय भीम, जय भारत, जय भीम, जय भारत, जय भीम। जय भारत। जो बोले सो निहाल। किसान मजदूर एकता जिंदाबाद, जिंदाबाद जिंदाबाद, किसान मजदूर एकता जिंदाबाद, जिंदाबाद जिंदाबाद, किसान मजदूर एकता जिंदाबाद। जिंदाबाद जिंदाबाद। जय करेगा वो दिल्ली पे राज करेगा, वो संविधान की बात करेगा, वो दिल्ली पे राज करेगा, वो संविधान की बात करेगा। वो दिल्ली पे राज करेगा। वक्त बदल दो, ताज बदल दो, बेईमानों का राज बदल दो, वक्त बदल दो, ताज बदल दो। बेईमानों का राज बदल दो। वो संविधान की बात करेगा, वो दिल्ली पे राज करेगा, वो संविधान की बात करेगा। वो दिल्ली पे राज करेगा। वक्त बदल दो, ताज बदल दो। बेईमानों का राज बदल दो। जय भीम, जय भारत, जय भीम, जय भारत, जय भीम, जय भारत। जो बोले 100 निरपैठ, सरदार महाराज की जय, जो बोले 100 निरपैठ, भगवान वाल्मीकि महाराज की जो जय, बोले 100 निरपैठ, उल्लास महाराज की जय। बोले 100 निहाल। सत श्री अकाल। जय भीम, जय भारत, जय भीम, जय भारत, जय भीम। जय भारत। किसान मजदूर एकता जिंदाबाद, जिंदाबाद जिंदाबाद। ਕਿਸਾਨ ਮਜ਼ਦੂਰ ਕਿਉਂਕਿ ਜੇਕਰ ਬਾਬਾ ਸਾਹਿਬ ਦਾ ਸੰਵਿਧਾਨ ਨਾ ਹੁੰਦਾ ਆਪਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਜਿਹੜਾ ਕੁੱਲੀਆਂ ਤੋਂ ਰਹਿ ਕੇ ਜਿਹੜੇ ਆਪਾਂ ਮਹਿਲਾਂ ਵਿੱਚ ਬੈਠੇ ਆ ਇਹ ਵੀ ਆਪਾਂ ਬਾਬਾ ਸਾਹਿਬ ਦੀ ਬਦੌਲਤ ਜਿਹੜਾ ਪੜ੍ਹ ਲਿਖ ਕੇ ਉੱਚੇ ਉਪਾਧੀਆਂ ਤੇ ਬੈਠੇ ਆ ਇਹ ਬਾਬਾ ਸਾਹਿਬ ਦੀ ਬਦੌਲਤ ਹੀ ਬੈਠੇ ਆ। ਸੋ ਸਾਰਿਆਂ ਨੂੰ 26 ਜਨਵਰੀ ਭਾਰਤ ਦੇ ਸੰਵਿਧਾਨ ਦੀ ਹੁੰਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਜੈ ਭੀਮ, ਜੈ ਭਾਰਤ। ਮੈਂ ਆਪਣੇ ਡਾਕਟਰ BR ਅੰਬੇਦਕਰ ਵੈਲਫੇਅਰ ਐਂਡ ਐਜੂਕੇਸ਼ਨਲ ਟਰਸਟ ਦੇ ਪ੍ਰਧਾਨ ਗੋਰਾ ਮਾਈ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਦੇ ਦਿਨ ਤੇ 2 ਮਿੰਟ ਲਈ ਆਪਣੇ ਵਿਚਾਰ ਪੇਸ਼ ਕਰਨ। ਗੋਰਾ ਮਾਈ ਜੀ। ਜੈ ਭੀਮ ਜੈ ਭਾਰਤ। ਸਭ ਤੋਂ ਪਹਿਲਾਂ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ ਇੱਥੇ ਪਹੁੰਚਣ ਦੇ ਜੀ ਆਇਆਂ ਆਖਦੇ ਆ ਸਾਰਿਆਂ ਨੂੰ। ਤੇ ਅੱਜ 26 ਜਨਵਰੀ ਗਣਤੰਤਰ ਦਿਵਸ ਆ। ਸਭ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸਭ ਨੂੰ ਪਤਾ ਹੀ ਹੈ ਕਿ ਗਣਤੰਤਰ ਦਿਵਸ ਸਾਡੇ ਲਈ ਕਿੰਨਾ ਮਹੱਤਵ ਰੱਖਦਾ ਹੈ, ਪਰ ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਆ, ਜਿਹੜੇ ਸਰਕਾਰ ਨੇ 3 ਕਾਲੇ ਕਾਨੂੰਨ ਪਾਸ ਕੀਤੇ ਆ, ਉਹਦੇ ਨਾਲ ਨਾਲ ਜਿਹੜਾ ਇੱਕ ਲੇਬਰ ਕਾਨੂੰਨ ਆਇਆ ਹੈ ਕਿ ਫੈਕਟਰੀਆਂ ਦੇ ਵਿੱਚ 12 ਘੰਟੇ ਕੰਮ ਲਿਆ ਜਾ ਰਿਹਾ ਹੈ ਸਾਰਿਆਂ ਕੋਲ, ਉਹਨਾਂ ਦੇ ਖਿਲਾਫ ਜਿਹੜਾ ਆ ਕੋਈ ਵੀ ਦਿਨ ਮਨਾਉਣ ਨੂੰ ਜੀ ਨਹੀਂ ਕਰਦਾ। ਪਰ ਅੱਜ ਸਾਡੀ ਮਜਬੂਰੀ ਆ, ਸਾਡਾ ਸੰਵਿਧਾਨ ਦਿਵਸ ਸੀ, ਇਸ ਲਈ ਅਸੀਂ ਰੋਸ ਵੀ ਕਰ ਰਹੇ ਹਾਂ ਤੇ ਉਹ ਦਿਨ ਨੂੰ ਮਨਾ ਵੀ ਰਹੇ ਹਾਂ। ਦੋਨੇ ਚੀਜ਼ਾਂ ਖੁਸ਼ੀ ਤੇ ਗਮੀ ਉਹ ਇਕੱਠੀ ਕੀਤੀ ਹੋਈ ਆ ਤੇ ਇਸ ਲਈ ਜ਼ਿਆਦਾ ਬੋਲ ਵੀ ਨਹੀਂ ਸਕਦੇ। ਤੋ ਸਾਰਿਆਂ ਨੂੰ ਬੇਨਤੀ ਆ, ਸਰਕਾਰ ਅੱਗੇ ਵੀ ਇਹੀ ਅਰਜ਼ੋਈ ਕਰਦੇ ਆ ਅਸੀਂ ਵੀ ਜਿਹੜੀ ਇਹ 3 ਕਾਨੂੰਨ ਆ ਇਹ ਵਾਪਸ ਲਏ ਜਾਣ। ਕਿਸਾਨ ਜਿਹੜੇ ਵਿਚਾਰੇ ਠੰਡ ਵਿੱਚ ਉੱਥੇ ਠਰ ਰਹੇ ਆ, ਇਹ ਕਾਨੂੰਨਾਂ ਦੀ ਵਾਪਸੀ ਕਰਕੇ ਕਿਉਂਕਿ ਉਹ ਆਪਣੇ ਘਰਾਂ ਨੂੰ ਵਾਪਸ ਆ ਸਕਣ। ਤੇ ਇਹੀ ਮੈਂ ਕਹਿੰਦਾ ਹੋਇਆ ਇੱਕ ਮੈਂ ਇੱਥੇ 2 ਲਫ਼ਜ਼ ਬੋਲਾਂਗਾ ਕਿ ਇੱਕ ਮੇਰਾ ਸ਼ਬਦ ਆ ਉਹ ਮੈਂ ਜ਼ਰੂਰ ਗਾਉਂਦਾ ਹੁੰਦਾ ਕਿਉਂਕਿ ਆਪਾਂ ਇਕੱਠੇ ਹੋਵਾਂਗੇ। ਬੇਗਮਪੁਰ ਦੀ ਗੱਲ ਕਰਨੀ ਆ। ਬੇਗਮਪੁਰਾ ਖਾਲਸਾ ਰਾਜ ਜਿਹੜਾ ਉਹ ਤਾਂ ਹੀ ਆਉਣਾ ਆ ਜੋ ਏਕਤਾ ਹੋਏਗੀ। ਜੇ ਏਕਤਾ ਨਹੀਂਗੀ ਤੇ ਫਿਰ ਕੁਝ ਵੀ ਨਹੀਂਗਾ। ਠੀਕ ਹੈ ਜੀ, ਉਹ ਮੈਂ ਗੀਤ ਪੇਸ਼ ਕਰ ਰਿਹਾ ਆ। ਜੇ ਹੱਕ ਜਾਣ ਲਿਆ ਵੈਰੀ ਨੂੰ ਪਛਾਣ ਲਿਆ। ਇਹ ਹੁਣ ਜੋ ਮੋਦੀ ਸਰਕਾਰ ਆ ਜਾਂ BJP ਸਰਕਾਰ ਆ ਉਹ ਸਾਡੀ ਵੈਰੀ ਆ। ਸਾਡੇ ਸਮਾਜ ਦੀ ਲਾ ਲਓ, ਕਿਸਾਨਾਂ ਦੀ ਲਾ ਲਓ, ਉਹ ਸਾਰਿਆਂ ਦੀ ਵੈਰੀ ਆ। ਉਹ ਗਰੀਬ ਮਜ਼ਦੂਰ ਦਾ ਭਲਾ ਨਹੀਂ ਚਾਹੁੰਦੀ, ਕਾਰਪੋਰੇਟ ਘਰਾਣਿਆਂ ਦਾ ਉਹ ਸੋਚ ਰਹੀ ਆ, ਉਹਨਾਂ ਬਾਰੇ ਉਹਨੇ ਸੋਚਣਾ ਆ। ਇਸ ਲਈ ਸਾਨੂੰ ਵਿਚਾਰ ਕਰਨ ਦੀ ਲੋੜ ਆ ਸਾਰਿਆਂ ਨੂੰ। ਅੱਗੇ ਇਲੈਕਸ਼ਨ ਆ ਰਹੇ ਆ ਵੀ ਕੀ ਕਰਨਾ ਉਦੋਂ ਨੂੰ। ਜੇ ਸੱਚ ਜਾਣ ਲਿਆ ਵੈਰੀ ਨੂੰ ਪਛਾਣ ਲਿਆ।
ਨਾ ਫੇਰ ਕਦੇ ਧੋਖਾ ਖਾਵਾਂਗੇ। ਬਾਬਾ ਸਾਹਿਬ ਦਾ ਜੋ ਮਿਸ਼ਨ ਅਧੂਰਾ ਪੂਰਾ ਕਰਕੇ ਦਿਖਾਵਾਂਗੇ। ਇਹ ਮਿਸ਼ਨ ਤਾਂ ਹੀ ਪੂਰਾ ਹੋਣਾ ਜੇ ਤੁਸੀਂ ਸਾਰੇ ਇਕੱਠੇ ਹੋਵੋਗੇ। ਬਹੁਜਨ ਏਕਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਰਾਮ ਮਨੁਵਾਦੀ ਸੋਚ ਤੋਂ ਹੈ ਵੱਖਰਾ, ਅਸੀਂ ਦਿਲ ਵਿੱਚ ਭਰਮ ਨਾ ਪਾਲਦੇ। ਨਾ ਹੀ ਵਰਤ ਸਰਾਧ ਅਸੀਂ ਕਰਦੇ, ਨਾ ਹੀ ਮੜੀਆਂ ਦੇ ਉੱਤੇ ਦੀਵੇ ਬਾਲਦੇ। ਟੂਣੇ ਧਾਗਿਆਂ ਤੇ ਵੀ ਤਾਂ ਹੀ ਛੱਡ ਕੇ ਪਾਠ ਸੱਚ ਦਾ ਪੜਾਵਾਂਗੇ। ਬਾਬਾ ਸਾਹਿਬ ਦਾ ਜੋ ਮਿਸ਼ਨ ਅਧੂਰਾ ਪੂਰਾ ਕਰਕੇ ਦਿਖਾਵਾਂਗੇ। ਇਹਨਾਂ ਚੀਜ਼ਾਂ ਤੋਂ ਨਿਜਾਤ ਪਾਉਂਗੇ ਤੇ ਕੁਝ ਹੋ ਸਕਦਾ ਆ, ਨਹੀਂ ਤੇ ਬਾਬਿਆਂ ਪਿੱਛੇ ਜਿੱਦਾਂ ਮਰਜ਼ੀ ਫਿਰੀ ਜਾਓ, ਕੁਝ ਨਹੀਂ ਬਣਨਾ। ਪੜੋ ਪੜੋ ਇਤਿਹਾਸ ਬਾਬਾ ਸਾਹਿਬ ਦਾ, ਜਿਹਨਾਂ ਪੜ੍ਹਨ ਦਾ ਲਾਇਆ ਨਾਰਾ ਡਟ ਕੇ। ਰਾਣੀ ਕੱਲੇ ਨੇ ਹੀ ਸਾਡੇ ਲਈ ਸੀ ਜਿੱਤਿਆ, ਜੜਾ ਮਨੂਵਾਦੀ ਸੋਚ ਦੀਆਂ ਪੱਟ ਕੇ। ਬੀਮਾ ਕੀਤੇ ਤੇਰੇ ਇਸੀ ਉਪਕਾਰ ਨੂੰ ਨਾ ਕਦੇ ਦਿਲ ਚੋਂ ਭੁਲਾਵਾਂਗੇ। ਬਾਬਾ ਸਾਹਿਬ ਦਾ ਜੋ ਮਿਸ਼ਨ ਅਧੂਰਾ ਪੂਰਾ ਕਰਕੇ ਦਿਖਾਵਾਂਗੇ। ਗੱਲ ਬੇਗਮਪੁਰਾ ਖਾਲਸਾ ਰਾਜ ਦੀ ਆ ਕਿ ਉਹਨਾਂ ਚਿਰ ਨਹੀਂ ਬੇਗਮ ਪੂਰਾ ਵਸਣਾ, ਜਿੰਨਾ ਚਿਰ ਨੇ ਦਿਲਾਂ ਦੇ ਵਿੱਚ ਦੂਰੀਆਂ। ਝੰਡੇ ਵੱਖੋ ਵੱਖ ਸਭ ਚੱਕੀ ਫਿਰਦੇ, ਇੱਕੋ ਕਰਗੋ ਤਾਂ ਪੈਣੀਆਂ ਨੇ ਪੂਰੀਆਂ। ਝੰਡੇ ਵੱਖੋ ਵੱਖ ਸਭ ਚੱਕੀ ਫਿਰਦੇ, ਇੱਕ ਕਰੋਗੇ ਤਾਂ ਪੈਣੀਆਂ ਨੇ ਪੂਰੀਆਂ। ਅਸੀਂ ਕਰਕੇ ਸਭਾਵਾਂ ਸਭ ਇਕੱਠੀਆਂ, ਅਸੀਂ ਕਰਕੇ ਸਭਾਵਾਂ ਸਭ ਇਕੱਠੀਆਂ, ਇੱਕ ਝੰਡੇ ਹੇਠ ਆਵਾਂਗੇ। ਬਾਬਾ ਸਾਹਿਬ ਦਾ ਜੋ ਮਿਸ਼ਨ ਅਧੂਰਾ ਪੂਰਾ ਕਰਕੇ ਦਿਖਾਵਾਂਗੇ। ਸੋ ਇਦਾਂ ਹੀ ਕਹਿੰਦਾ ਹੋਇਆ ਰਾਜਾ ਦਾ ਕਿ ਮਾਦਾ ਜਾਜਕਾਂ, ਕਿਉਂਕਿ ਸਭਾਵਾਂ ਸਾਡੀਆਂ ਬਹੁਤ ਵਾ, ਉਹਨਾਂ ਨੂੰ ਯੂਨਿਟੀ ਬਣਾਉਣ ਦੀ ਲੋੜ ਆ। ਸਾਰੀਆਂ ਸਭਾਵਾਂ ਇਕੱਠੀਆਂ ਹੋ ਜਾਣ, ਅੰਬੇਦਕਰ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ ਜਾਂ ਹੋਰ ਸਾਡੀ ਸੋਸਾਇਟੀ ਦੀਆਂ ਜੋ ਹੈਗੀਆਂ ਸਾਰੀਆਂ ਅਲੱਗ-ਅਲੱਗ ਕੈਂਡੀਡੇਟ ਖੜੇ ਕਰਨ ਦੀ ਜਗ੍ਹਾ ਜੇ ਸਲਾਹ ਮਸ਼ਵਰਾ ਕਰਕੇ ਇੱਕ ਕੈਂਡੀਡੇਟ ਖੜਾ ਕੀਤਾ ਜਾਵੇ ਤੇ ਉਹਨੂੰ ਹੀ ਕਾਮਯਾਬ ਬਣਾਇਆ ਜਾਵੇ, ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਆ। ਨਹੀਂ ਤੇ ਜਿੱਦਾਂ ਹੁਣ ਸਾਡੇ ਕਿਸਾਨ ਵੀਰ ਧੱਕੇ ਖਾ ਰਹੇ ਆ ਤੇ ਉਹ ਦਿਨ ਦੂਰ ਨਹੀਂ, ਸਾਡਾ ਹਾਲ ਵੀ ਉਹੀ ਹੋਣਾ ਆ, ਹੋ ਰਿਹਾ ਆ ਤੇ ਅੱਗੇ ਵੀ ਹੋਏਗਾ। ਇਸ ਲਈ ਏਕਤਾ ਵਿੱਚ ਹੀ ਬਾਲਿਆ। ਸਾਰੇ ਕਹਿੰਦੇ ਆ ਕਿ ਸਾਰਿਆਂ ਨੂੰ ਇਕੱਠੇ ਰਹਿਣ ਦੀ ਲੋੜ ਆ। ਜੈ ਭੀਮ ਜੈ ਭਾਰਤ ਨਾ ਸ਼ਬਦਾਂ ਨਾਲ ਹੀ ਜੈ ਭੀਮ ਜੈ ਭਾਰਤ। ਸਾਡੇ ਜੈ ਭੀਮ ਜੈ ਭਾਰਤ, ਜੈ ਭੀਮ ਜੈ ਭਾਰਤ, ਜੈ ਭੀਮ ਜੈ ਭਾਰਤ। ਭਾਰਤੀ ਸੰਵਿਧਾਨ ਜਿੰਦਾਬਾਦ ਜਿੰਦਾਬਾਦ। ਭਾਰਤੀ ਸੰਵਿਧਾਨ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਜੈ ਭੀਮ ਜੈ ਭਾਰਤ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਏਕਤਾ ਮਹੱਲਾ ਜਿੰਦਾਬਾਦ। ਜੈ ਭੀਮ ਜਿੰਦਾਬਾਦ। ਜੈ ਭੀਮ ਜੈ ਭਾਰਤ। ਜਿੰਦਾਬਾਦ ਜਿੰਦਾਬਾਦ। जिंदाबाद जिंदाबाद। जय भारत जय भारत जय भारत। हमने सारी कवरेज करनी है। ਹਾਂ बच्चों के साथ छेड़छाड़ हो रही है, लेकिन जाति बनाने ਸਾਡੇ ਸਰਦਾਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਸਾਥੀਓ 26 ਜਨਵਰੀ 1950 ਨੂੰ ਜਿਸ ਵੇਲੇ ਸੰਵਿਧਾਨ ਬਣ ਕੇ ਤਿਆਰ ਹੋ ਗਿਆ, ਲਾਗੂ ਹੋਇਆ, ਔਰ ਬਾਬਾ ਸਾਹਿਬ ਨੇ ਆਪਣੀ ਪਹਿਲੀ ਸਪੀਚ ਵਿੱਚ ਕਿਹਾ ਸੀ ਪਿੱਛੇ ਦਾ ਸਾਡੇ ਸਮਾਜ ਦੇ ਲੋਕਾਂ ਨੂੰ, ਇਹ ਮੇਰੇ ਸਮਾਜ ਦੇ ਲੋਕੋ, ਅੱਜ ਤੋਂ ਬਾਅਦ ਤੁਹਾਨੂੰ ਰਾਮ ਔਰ ਕ੍ਰਿਸ਼ਨ ਨੂੰ ਯਾਦ ਕਰਨ ਦੀ ਲੋੜ ਨਹੀਂ ਪਊਗੀ। ਜਿਹੜੀਆਂ ਗੁਲਾਮੀ ਦੀਆਂ ਬੇੜੀਆਂ ਤੁਹਾਡੇ ਪੈਰਾਂ ਦੇ ਵਿੱਚ 5000 ਸਾਲ ਤੋਂ ਪਈਆਂ ਹੋਈਆਂ, ਮੈਂ ਇਸ ਸੰਵਿਧਾਨ ਦੀ ਤਾਕਤ ਦੇ ਨਾਲ ਵੱਢ ਦਿੱਤੀਆਂ ਆ। ਅੱਜ ਤੋਂ ਬਾਅਦ ਪੜ੍ਹਿਓ ਲਿਖਿਓ ਤੇ ਬੁਲੰਦੀਆਂ ਨੂੰ ਪ੍ਰਾਪਤ ਕਰਿਓ। ਲੇਕਿਨ ਮੇਰੇ ਸਮਾਜ ਦੇ ਲੋਕਾਂ ਨੇ ਉਹ ਬੁਲੰਦੀਆਂ ਨੂੰ ਪ੍ਰਾਪਤ ਤਾਂ ਕਰ ਲਿਆ, ਲੇਕਿਨ ਆਪਣੇ ਸਮਾਜ ਦੀ ਸਾਥ ਹੀ ਨਹੀਂ ਲਈ। ਪੇ ਬੈਕ ਟੂ ਕਮਿਊਨਿਟੀ ਕਿਹਾ ਸੀ ਬਾਬਾ ਸਾਹਿਬ ਨੇ ਕਿ ਜਿਸ ਵੇਲੇ ਤੁਸੀਂ ਨੌਕਰੀਆਂ ਲੈ ਕੇ ਕਾਮਯਾਬ ਹੋ ਗਏ ਨਾ, ਤਾਂ ਆਪਣੇ ਸਮਾਜ ਦੀ ਬਾਹ ਫੜ ਕੇ ਆਪਣੇ ਤੱਕ ਲੈ ਕੇ ਜਾਈਓ, ਸਮਾਜ ਤਾਂ ਅੱਗੇ ਵਧੂਗਾ। ਲੇਕਿਨ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸਮਾਜ ਦੇ ਸਿਰਫ 5% ਜਾਂ 10% ਲੋਕਾਂ ਨੇ ਸਾਡੇ ਸਮਾਜ ਦੀ ਸਾਥ ਲਈ ਹੈ, ਨਹੀਂ ਤਾਂ ਕਿਸੇ ਨੇ ਸਾਥ ਹੀ ਨਹੀਂ ਲਈ। ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਸ ਵੇਲੇ ਇਹ ਕ੍ਰਾਂਤੀ ਦਾ ਜਿਹੜਾ ਝੰਡਾ ਚੱਕਿਆ ਸੀ, ਤੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੈਂ ਆਪਣੇ ਸਮਾਜ ਨੂੰ ਬਰਾਬਰਤਾ ਦੇਣਾ ਚਾਹੁੰਦਾ। ਔਰ ਉਹਨਾਂ ਨੇ ਉਹ ਜਿਹੜੀ ਲੜਾਈ ਲੜੀ, ਉਹੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਨੇ ਲੜੀ, ਔਰ ਉਹੀ ਲੜਾਈ
ਅੰਬੇਦਕਰ ਸਾਹਿਬ ਜੀ ਨੇ ਜਿੱਤ ਕੇ ਸਾਨੂੰ ਦੇ ਕੇ ਗਏ। ਔਰ ਅੱਜ ਦੇ ਹਾਲਾਤ ਕੀ ਆ, ਕਿਉਂਕਿ ਮਨੂਵਾਦ ਦੀ ਤਾਕਤਾਂ ਨੂੰ ਪਤਾ ਆ ਇਹਨਾਂ ਦੀ ਜਿਹੜੀ ਜਾਨ ਹੈ ਸੰਵਿਧਾਨ ਦੇ ਵਿੱਚ ਆ। ਹੁਣ ਅਸੀਂ ਬਹੁਤ ਸਾਰੇ ਨਾਰੇ ਲਾਉਣੇ ਆ ਕਿ ਸੰਵਿਧਾਨ ਨੂੰ ਬਚਾਉਣਾ, ਲੇਕਿਨ 100 ਤੋਂ ਵੱਧ ਬਾਅਦ ਉਹਦੇ ਵਿੱਚ ਫੇਰ ਬਦਲ ਹੋ ਚੁੱਕਾ ਹੈ। ਅਸੀਂ ਸੰਵਿਧਾਨ ਨੂੰ ਕਿੱਦਾਂ ਬਚਾਈਏ? ਇਹ ਬਚਾਉਣ ਦਾ ਇੱਕੋ ਹੀ ਰਾਸਤਾ ਆ, ਮਿਨੋਰਿਟੀ ਆਪਣੀ ਸਾਰੀ ਇਕੱਠੀ ਹੋਣੀ ਚਾਹੀਦੀ ਆ। ਅਸੀਂ 85% ਲੋਕ ਆ, ਲੇਕਿਨ ਸਿਰਫ ਕਾਗਜ਼ਾਂ ਦੇ ਵਿੱਚ 6743 ਜਾਤਾਂ ਵਿੱਚ ਵੰਡੇ ਹੋਏ ਲੋਕ ਆ। ਹਰ ਇੱਕ ਬੰਦਾ ਆਪਣੇ ਆਪ ਤੋਂ ਉੱਚਾ ਸਮਝਦਾ ਆਪਣੇ ਆਪ ਨੂੰ, ਲੇਕਿਨ ਸਾਨੂੰ ਇੱਕ ਹੋਣਾ ਪੈਣਾ ਆ। ਹੁਣ ਮੈਂ ਗੱਲ ਕਰੂੰਗਾ ਚਮਕੌਰ ਦੀ ਗੜੀ ਦੇ ਬਿਆਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਖੜੇ ਆ, ਭਾਈ ਦਇਆ ਸਿੰਘ ਜੀ ਆਉਂਦੇ। ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਲਾਲ ਪਏ ਆ, ਆਓ ਇਹਨਾਂ ਦੇ ਵਾਸਤੇ ਕਫਨ ਦਾ ਇੰਤਜ਼ਾਮ ਕਰ ਲਈਏ। ਮੇਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਕਹਿੰਦੇ ਆ? ਕਹਿੰਦੇ ਦਇਆ ਸਿੰਘ ਜੰਗ ਦਾ ਮੈਦਾਨ ਹੈ, ਬੰਨਾ ਨਾ ਕੋਈ ਬੱਟ ਹੈ, ਕਿਧਰੇ ਪਿਆ ਰਵਿਦਾਸੀਆ ਤੇ ਕਿਧਰੇ ਪਿਆ ਜੱਟ ਹੈ, ਅਜੀਤ ਤੇ ਜੁਝਾਰ ਨਾਲੋਂ ਦੱਸ ਕਿਹੜਾ ਕੱਟ ਹੈ। ਉਹਨਾਂ ਨੇ ਕਿਹਾ ਕਿ ਸਾਰੇ ਮੇਰੇ ਪੁੱਤਰ ਆ, ਜਿਹੜੇ ਬਾਕੀ ਬਾਹਰ ਸ਼ਹੀਦ ਹੋਏ ਆ ਉਹ ਵੀ ਮੇਰੇ ਪੁੱਤਰ ਆ। ਜੇ ਕਫਨ ਉਹਨਾਂ ਨੂੰ ਨਹੀਂ ਪਾਇਆ ਤੇ ਕਫਨ ਇਹਨਾਂ ਨੂੰ ਵੀ ਨਹੀਂ ਪਾਣਾ। ਉਹਨਾਂ ਨੇ ਸਾਨੂੰ ਇੱਕ ਕੀਤਾ, ਲੇਕਿਨ ਅੱਜ ਮੈਨੂੰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਅੱਜ ਅਲੱਗ-ਅਲੱਗ ਤੌਰ ਤੇ ਲੜਾਈ ਲੜਦੇ ਪਏ ਆ। ਜੇਕਰ ਅਸੀਂ ਇਕੱਠੇ ਹੋ ਕੇ ਲੜੀਏ ਤਾਂ ਅਸੀਂ ਇਸ ਹੁਕਮਰਾਨ ਦੀਆਂ ਪੂਛਾਂ ਚੁਕਾ ਸਕਦੇ ਆ। ਆਹ ਦੇਖੋ ਦਿੱਲੀ ਵਿੱਚ ਜਾ ਕੇ ਸਾਡੇ ਭਰਾ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਉਹ ਸੈਂਟਰ ਸਰਕਾਰ ਦੇ ਨਾਲ ਸਿੱਧੀ ਜੰਗ ਆ। ਜੇ ਇਹ ਵਾਲਾ ਅੰਦੋਲਨ, ਇਹ ਵਾਲੀ ਜੰਗ ਅਸੀਂ ਜਿੱਤ ਗਏ ਤਾਂ ਅਸੀਂ ਸਾਰੀਆਂ ਜੰਗਾਂ ਜਿੱਤਾਂਗੇ। ਤੇ ਮੇਰੇ ਵੀਰੋ ਇਹ ਗੱਲ ਯਾਦ ਰੱਖਿਓ, ਇਹ ਜਿਹੜਾ ਅੰਦੋਲਨ ਹੈ ਇਹ ਲਾਸਟ ਆ, ਇਸ ਤੋਂ ਬਾਅਦ ਕੋਈ ਅੰਦੋਲਨ ਨਹੀਂ ਹੋਣਾ। ਇਹ ਨਾ ਸਮਝੋ ਲੜਾਈ ਜੱਟਾਂ ਦੀ ਆ, ਨਹੀਂ ਇਹ ਕਿਸਾਨਾਂ ਦੀ ਆ, ਇਹ ਸਾਡੀ ਆ, ਪੰਜਾਬ ਦੀ ਹੋਂਦ ਦੀ ਲੜਾਈ ਆ। ਇਹ ਹਰ ਕੀਮਤ ਤੇ ਜਿੱਤਣੀ ਆ। ਆਓ ਆਪਾਂ ਇਹ ਲੜਾਈ ਜਿੱਤੀਏ ਔਰ ਅੰਬੇਦਕਰ ਸਾਹਿਬ ਦੇ ਜਿਹੜੇ ਸੁਪਨੇ ਸੀ, ਉਹਨਾਂ ਦਾ ਜਿਹੜਾ ਸੰਵਿਧਾਨ ਸੀ ਉਹ ਆਪਾਂ ਬਚਾਈਏ। ਜੈ ਭੀਮ, ਜੈ ਭਾਰਤ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅੱਜ ਆਪ ਜੀ ਨੂੰ ਪਤਾ ਹੈ ਕਿ 26 ਜਨਵਰੀ ਸਾਡਾ ਇੱਕ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਆਜ਼ਾਦੀ ਦਾ ਦਿਹਾੜਾ ਆ, ਕਿਉਂਕਿ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਇਹ 1950 ਦੇ ਵਿੱਚ ਲਾਗੂ ਕੀਤਾ ਇਹ ਸੰਵਿਧਾਨ ਦੇ ਤਹਿਤ ਜੋ ਅੱਜ ਮੈਂ ਬੋਲਦਾ ਆ, ਇਹ ਸੰਵਿਧਾਨ ਦੇ ਤਹਿਤ ਹੀ ਮੈਂ ਬੋਲ ਰਿਹਾ ਆ। ਬੋਲਣ ਦਾ ਅਧਿਕਾਰ ਜੇ ਸਰਪੰਚ ਬਣਾਇਆ ਉਹ ਵੀ ਸੰਵਿਧਾਨ ਦੇ ਤਹਿਤ ਹੀ ਮੈਂ ਬਣਿਆ ਆ। ਇਹ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਇਹ ਸੋਚ ਹੈ ਤੇ ਸਾਨੂੰ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਆ, ਨਾ ਕਿ ਜਾਤਾਂ ਬਾਤਾਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਨਹੀਂ ਕੋਈ ਇਦਾਂ ਦਾ ਵਿਚਾਰ ਨਹੀਂ ਕਰਨਾ ਚਾਹੀਦਾ। ਇਸ ਕਰਕੇ ਅੱਜ ਦਾ ਦਿਨ ਬੜਾ ਮਹੱਤਵਪੂਰਨ ਹੈ। ਜਿੱਥੇ ਮਹੱਤਵਪੂਰਨ ਆ ਉੱਥੇ ਅਸੀਂ ਅੱਜ ਦੇ ਦਿਨ ਨੂੰ ਕਾਲਾ ਦਿਨ ਵੀ ਕਹਿ ਸਕਦੇ ਹਾਂ, ਕਿਉਂਕਿ ਸਾਡੇ ਜੋ ਮਜ਼ਦੂਰ ਕਿਸਾਨ ਜੋ ਬਾਰਡਰ ਤੇ ਪਹਿਰਾ ਦੇ ਰਹੇ ਹਨ, ਰਾਤ ਦਿਨ ਸੌਂਦੇ ਨਹੀਂਗੇ, ਇਹ ਸਾਰਿਆਂ ਨੂੰ ਪਤਾ ਹੀ ਹੈ। ਤੇ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਸਲੂਟ ਮਾਰਦੇ ਹਾਂ। ਇਹ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਅਸੀਂ ਸੀਸ ਝੁਕਾਉਂਦੇ ਹਾਂ, ਸਲੂਟ ਮਾਰਦੇ ਹਾਂ। ਤੇ ਮੈਂ ਇੱਕ ਦੋ ਲਾਈਨਾਂ ਥੋੜਾ ਜਿਹਾ ਮੈਂ ਗੀਤ ਦੇ ਤੌਰ ਤੇ ਸਾਂਝੀਆਂ ਕਰਨੀਆਂ। ਜਦ ਜਾਗੇ ਅਣਖ ਪੰਜਾਬੀ ਦੀ, ਜਦ ਜਾਗੇ ਅਣਖ ਪੰਜਾਬੀ ਦੀ, ਫਿਰ ਆਲਸ ਨੇੜੇ ਰਹਿੰਦੀ ਨਹੀਂ, ਦੁਸ਼ਮਣ ਨੂੰ ਭਾਜੜ ਪਾ ਦੇਵੇ, ਇਹ ਜ਼ਬਰ ਕਿਸੇ ਦਾ ਸਹਿੰਦੀ ਨਹੀਂ, ਇਹ ਜ਼ਬਰ ਕਿਸੇ ਦਾ ਸਹਿੰਦੀ ਨਹੀਂ। ਦੇਖੋ ਸਾਡੇ ਮਜ਼ਦੂਰ ਕਿਸਾਨ ਅੱਜ ਦਿੱਲੀ ਦੇ ਬਾਰਡਰ ਉੱਤੇ ਕਿਸ ਤਰ੍ਹਾਂ ਰਾਤਾਂ ਗੁਜ਼ਾਰ ਰਹੇ ਹਨ ਬਹੁਤ ਮਾਘ ਦੀਆਂ। ਅੱਜ 2-3 ਮਹੀਨੇ ਹੋ ਗਏ ਤਕਰੀਬਨ, ਤੇ ਸਾਨੂੰ ਇਹ ਸੋਚਣਾ ਪਊਗਾ, ਉਹਨਾਂ ਦਾ ਸਾਨੂੰ ਸਾਥ ਦੇਣਾ ਪੈਣਾ ਆ ਤੇ ਅਸੀਂ ਸਾਥ ਦੇਵਾਂਗੇ, ਕੋਈ ਇਦਾਂ ਦੀ ਗੱਲ ਨਹੀਂ ਗੀ। ਦੂਆ ਇੱਕ ਆ ਥੋੜਾ ਜਿਹਾ ਉਹ ਵੀ ਮੈਂ ਗਾ ਕੇ ਦੱਸਦਾ, ਠੀਕ ਨੇ ਜੀ? ਹਾਂ ਜੀ, ਅੱਗੇ ਵੀ ਸੁਣਾਇਆ ਤੁਹਾਨੂੰ, ਅੱਜ ਵੀ ਸੁਣਾ ਦਿੰਦਾ, ਠੀਕ ਨੇ? ਸ਼ਾਰਟਕਟ ਕਰ ਦਿਓ। ਭਾਰਤ ਮਾਂ ਦੇ ਲਾਲ ਹਾਂ ਅਸੀਂ ਦੇਸ਼ ਬੰਕੇ, ਭਾਰਤ ਮਾਂ ਦੇ ਲਾਲ ਹਾਂ ਅਸੀਂ ਦੇਸ਼ ਬੰਕੇ, ਜਾਨਾ ਦੇਸ਼ ਤੋਂ ਘੋਲ ਘੁਮਾ ਦਿਆਂਗੇ,
ਸਾਡੀ ਕਿਸਾਨੀ ਨੂੰ, ਸਾਡੇ ਸੰਵਿਧਾਨ ਨੂੰ ਜਿਸ ਨੇ ਹੱਥ ਪਾਇਆ, 2 ਹੱਥ ਉਹਨੂੰ ਵਿਖਾ ਦਿਆਂਗੇ, 2 ਹੱਥ ਉਹਨੂੰ ਵਿਖਾ ਦਿਆਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੱਟੀ ਸਾਹਿਬ ਸਾਹਿਬ ਡਾਕਟਰ ਭੀਮ ਅੰਬੇਦਕਰ ਦੀ ਬਦੌਲਤ ਅੱਜ ਦਾ ਜੋ ਦਿੱਤਾ ਹੈ ਸੰਵਿਧਾਨ, ਸਾਹਿਬ ਇਕਬਾਲ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਅੱਜ ਦੇ ਦਿਨ ਨੂੰ ਸਮਰਪਿਤ ਇਹ ਜੋ ਰੋਸ ਮਾਰਚ ਕੱਢਿਆ ਜਾ ਰਿਹਾ, ਇਸ ਰੋਸ ਮਾਰਚ ਦਾ ਏਮ ਹੈ ਕਿ ਜੋ ਦਿੱਲੀ ਵਿੱਚ ਸਾਡੇ ਸਾਥੀ ਕਿਸਾਨ ਜੋ 3 ਕਰਾਰੇ ਕਾਨੂੰਨ ਜਿਹੜੇ ਗਵਰਨਮੈਂਟ ਨੇ ਪਾਸ ਕੀਤੇ ਆ, ਉਹਨਾਂ ਦਾ ਵਿਰੋਧ ਕਰ ਰਹੇ ਨੇ ਔਰ ਲਗਾਤਾਰ 3-4 ਮਹੀਨਿਆਂ ਤੋਂ ਉੱਥੇ ਬੈਠੇ ਨੇ। ਉਸ ਵਿਰੋਧ ਦੇ ਵਿੱਚ ਜੋ 26 ਜਨਵਰੀ ਹੈ, ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ। ਵੈਸੇ ਤੇ ਅੱਜ ਦੇ ਦਿਨ ਮਜ਼ਦੂਰਾਂ ਤੇ ਦਲਿਤਾਂ ਦਾ ਇਹ ਆਜ਼ਾਦੀ ਦਾ ਦਿਹਾੜਾ ਹੈ, ਪਰ ਅੱਜ ਵੀ ਫਿਰ ਵੀ ਸਾਨੂੰ ਅੱਜ ਦਾ ਦਿਹਾੜਾ ਜਿਹੜਾ ਇਹ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ, ਕਿਉਂਕਿ ਅੱਜ ਦੇ ਦਿਨ ਵੀ ਸਾਡੇ ਨਾਲ ਉਹੀ ਧੱਕਾ ਕੀਤਾ ਜਾ ਰਿਹਾ ਜੋ ਔਰੰਗਜ਼ੇਬ ਦੇ ਵੇਲੇ ਧੱਕਾ ਕੀਤਾ ਜਾ ਰਿਹਾ ਸੀ। ਕਿਉਂਕਿ ਉਸ ਟਾਈਮ ਵੀ ਇਹਨਾਂ ਦੀਆਂ ਸੋਚਾਂ ਜਿਹੜੀਆਂ ਸੀ ਮਾੜੀਆਂ ਸੀ, ਔਰੰਗਜ਼ੇਬ ਦੀਆਂ। ਅੱਜ ਦੀ ਸੋਚ ਜਿਹੜੀ ਆ ਇਹਨਾਂ ਦੀ ਉਹਦੇ ਬਰਾਬਰ ਹੋਈ ਦੀ ਆ, ਕਿਉਂਕਿ ਮਨੂਵਾਦੀ ਸੋਚ ਦੇ ਨਾਲ ਅੱਜ ਵੀ ਸਾਡੇ ਤੇ ਅਤਿਆਚਾਰ ਕਰ ਰਹੇ ਨੇ। ਔਰ ਅੱਜ ਦਾ ਜਿਹੜਾ ਅਤਿਆਚਾਰ ਹੈ, ਉਹ 3 ਕਾਨੂੰਨ ਜਿਹੜੇ ਲਾਗੂ ਕੀਤੇ ਆ, ਉਹਨਾਂ ਦਾ ਅਸੀਂ ਵਿਰੋਧ ਕਰਦੇ ਹੋਏ ਅੱਜ ਇਹੀ ਸੋਚ ਲੈ ਕੇ ਚੱਲੇ ਆ ਕਿ ਅੱਜ ਸਾਡੀ ਇਸ ਦੀ ਸੋਚ ਹੈ ਕਿ ਉਹ ਕਾਨੂੰਨ ਜਿਹੜੇ ਸਰਕਾਰ ਨੂੰ ਅਪੀਲ ਕਰਦੇ ਆ, ਉਹ 3 ਕਾਨੂੰਨ ਜਿਹੜੇ ਆ ਵਾਪਸ ਕੀਤੇ ਜਾਣ। ਇੱਕ ਜਿਹੜੀ 12 ਘੰਟਿਆਂ ਦੀ ਡਿਊਟੀ ਦਾ ਅੱਜ ਕੱਲ੍ਹ ਚੱਲ ਰਿਹਾ ਸਿਸਟਮ, ਇੱਕ ਜਿਹੜਾ ਪਿੰਡਾਂ ਦੇ ਵਿੱਚ ਆਮ ਕਰਕੇ ਪਹਿਲਾਂ ਪਿੰਡਾਂ ਤੋਂ ਇਹ ਸ਼ੁਰੂ ਕਰਦੇ ਨੇ, ਪਿੰਡਾਂ ਦੇ ਵਿੱਚ ਇੱਕ ਮੀਟਰ ਲੱਗਣ ਜਾ ਰਿਹਾ ਚਿੱਪ ਵਾਲੇ। ਉਹ ਜਦੋਂ ਵੀ ਚਿੱਪ ਵਾਲੇ ਮੀਟਰ ਲਾਉਣ ਵਾਸਤੇ ਹੁਣ, ਉਹ ਸਭ ਤੋਂ ਪਹਿਲਾਂ ਸਾਡੀ ਸੋਚ ਇਹ ਹੋਣੀ ਚਾਹੀਦੀ ਕੋਈ ਚਿੱਪ ਵਾਲਾ ਮੀਟਰ ਜਿਹੜਾ ਉਹਨੂੰ ਲੱਗਣ ਨਹੀਂ ਦੇਣਾ ਤੇ ਉਹਦਾ ਆਪਾਂ ਵਿਰੋਧ ਕਰਨਾ। ਜੇਕਰ ਸਾਡੇ ਘਰਾਂ ਨੂੰ ਚਿੱਪ ਵਾਲਾ ਮੀਟਰ ਲੱਗ ਗਿਆ ਤੇ ਜਿੱਦਾਂ ਸਾਡੀ ਕੇਬਲ ਚੱਲਦੀ ਹੈ ਉਸੇ ਤਰ੍ਹਾਂ ਹੀ ਸਾਡੇ ਘਰਾਂ 'ਚ ਬਿਜਲੀ ਆਇਆ ਕਰੇਗੀ। ਨਹੀਂ ਤੁਹਾਡੇ ਜੇਕਰ ਬਿੱਲ ਹੋਇਆ ਤੇ ਤੁਹਾਡਾ ਮੀਟਰ ਜਿਹੜਾ ਉੱਥੇ ਬੰਦ ਕਰ ਦਿੱਤਾ ਜਾਏਗਾ। ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਉਹ ਚਿੱਪ ਵਾਲੇ ਮੀਟਰ ਦਾ ਜ਼ਰੂਰ ਵਿਰੋਧ ਕਰਨਾ। ਜੈ ਭੀਮ, ਜੈ ਭਾਰਤ। ਜੋ ਸਨਮਾਨ ਚਿੰਨ੍ਹ ਹੈ ਉਹ ਜ਼ਰੂਰ ਪ੍ਰਾਪਤ ਕਰਨ ਦੀ ਭਗਵਾਨ ਵਾਲਮੀਕੀ ਵੈਲਫੇਅਰ ਸੁਸਾਇਟੀ ਜਲੰਧਰ ਸੋਮਾ ਗਿੱਲ ਹੈ ਉਹਨਾਂ ਦੇ ਸਾਥੀ। ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ, 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 ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ, ਜੈ ਭੀਮ। ਵੀ ਆਪਣਾ ਸਨਮਾਨ ਪ੍ਰਾਪਤ ਕਰ ਲਈ। ਜੈ ਭੀਮ, ਜੈ ਭਾਰਤ। ਜੈ ਭੀਮ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ।